ਹੈਲੋ ਦੋਸਤੋ, ਪਿਛਲੀ ਵੀਡੀਓ 'ਚ ਅਸੀਂ ਰੈਸਪੀਰੇਟਰੀ ਸਿਸਟਮ ਕੀਤਾ ਸੀ ਤੇ ਅੱਜ ਅਸੀਂ ਰੈਸਪੀਰੇਟਰੀ ਸਿਸਟਮ ਦੇ ਨਾਲ ਰਿਲੇਟਡ ਕੁਝ ਐਮਸੀਕਿਊਜ਼ ਪ੍ਰੈਕਟਿਸ ਕਰਾਂਗੇ। ਤਾਂ ਸਾਡਾ ਪਹਿਲਾ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਕੰਪੋਨੈਂਟ ਆਫ ਦਾ ਰੈਸਪੀਰੇਟਰੀ ਸਿਸਟਮ। ਕਿ ਧਿਆਨ ਨਾਲ ਪੜ੍ਹਨਾ ਕੁਐਸਚਨ, ਇਹਨਾਂ ਨੇ ਇਜ਼ ਨਾਟ ਅ ਕੰਪੋਨੈਂਟ ਪੁੱਛਿਆ ਤਾਂ ਲੰਗਸ ਦਾ ਜਿਹੜਾ ਉਹ ਵੀ ਕੰਪੋਨੈਂਟ ਹੈ ਰੈਸਪੀਰੇਟਰੀ ਸਿਸਟਮ ਦਾ। ਟ੍ਰੈਕੀਆ ਉਹ ਵੀ ਹੈ ਜੀ, ਹਾਰਟ ਨਹੀਂ, ਬ੍ਰੋਕਾਈ ਉਹ ਵੀ ਹੈ, ਤਾਂ ਸਹੀ ਆਪਸ਼ਨ ਹੋਊਗੀ ਸੀ, ਹਾਰਟ। ਅਗਲਾ ਕੁਐਸਚਨ ਦੇਖ ਲੈਂਦੇ ਹਾਂ ਜੀ, ਵਿਚ ਸਟਰਕਚਰ ਪ੍ਰੀਵੈਂਟ ਫੂਡ ਫਰੋਮ ਐਂਟਰਿੰਗ ਦਾ ਟ੍ਰੈਕੀਆ ਡਿਊਰਿੰਗ ਸਵੈਲਿੰਗ ਯਾਨੀ ਕਿ ਖਾਂਦੇ ਸਮੇਂ ਕਿਹੜਾ ਜਿਹੜਾ ਸਟਰਕਚਰ ਆ ਪ੍ਰੀਵੈਂਟ ਕਰਦਾ ਫੂਡ ਨੂੰ ਬਚਾਉਂਦਾ ਹੈ ਫਰੋਮ ਐਂਟਰਿੰਗ ਦਾ ਟ੍ਰੈਕੀਆ ਦੇ ਵਿੱਚ, ਯਾਨੀ ਕਿ ਸਾਡੀ ਵਿੰਡ ਪਾਈਪ, ਸਾਡੀ ਏਅਰ ਪਾਈਪ ਆ ਜਿਹੜੀ, ਉਹਦੇ ਵਿੱਚ ਜਾਣ ਤੋਂ ਕਿਹੜਾ ਜਿਹੜਾ ਸਟਰਕਚਰ ਉਹ ਪ੍ਰੀਵੈਂਟ ਕਰਦਾ, ਬਚਾਉਂਦਾ ਆ। ਤਾਂ ਦੇਖੋ ਜੀ ਆਪਸ਼ਨ, ਤੁਸੀਂ ਇਹਨੂੰ ਪੌਜ਼ ਕਰਕੇ ਇਹਦਾ ਆਨਸਰ ਦੇ ਸਕਦੇ ਹੋ ਤੇ ਬਾਅਦ 'ਚ ਮੈਚ ਵੀ ਕਰ ਸਕਦੇ ਹੋ। ਸਹੀ ਆਪਸ਼ਨ ਹੈ ਜੀ ਏ, ਐਪੀਗਲੋਟਿਸ। ਅਸੀਂ ਪੜ੍ਹਿਆ ਸੀ ਪਿਛਲੀ ਵੀਡੀਓ 'ਚ ਕਿ ਐਪੀਗਲੋਟਿਸ ਇੱਕ ਢੱਕਣ ਦਾ ਕੰਮ ਕਰਦਾ ਆ, ਜਿਹੜਾ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਏਅਰ ਪਾਈਪ ਨੂੰ ਕਵਰ ਕਰ ਲੈਂਦਾ ਤਾਂ ਕਿ ਜਿਹੜਾ ਖਾਣਾ ਆ ਉਹ ਇਸੋਫੈਗਸ ਦੀ ਜਗ੍ਹਾ 'ਤੇ ਸਾਡੀ ਵਿੰਡ ਪਾਈਪ ਦੇ ਵਿੱਚ ਨਾ ਚਲਾ ਜਾਵੇ। ਠੀਕ ਹੈ ਜੀ। ਅਗਲਾ ਕੁਐਸਚਨ ਦੇਖ ਲੈਂਦੇ ਹਾਂ, ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੋਂਸਿਬਲ ਫॉर ਦ ਐਕਸਚੇਂਜ ਆਫ ਗੈਸਿਸ ਇਨ ਦ ਲੰਗਸ। ਤਾਂ ਇਹਦੇ ਵਿੱਚੋਂ ਕੌਣ ਆ ਜਿਹੜਾ ਰਿਸਪੋਂਸਿਬਲ ਹੁੰਦਾ ਆ ਫॉर ਦ ਐਕਸਚੇਂਜ ਆਫ ਗੈਸਿਸ, ਗੈਸਾਂ ਦੇ ਆਦਾਨ ਪ੍ਰਦਾਨ ਲਈ ਲੰਗਸ ਦੇ ਵਿੱਚ। ਤਾਂ ਸਹੀ ਇਹਦਾ ਆਪਸ਼ਨ ਹੈ ਜੀ ਏ, ਐਲਵੀਓਲੀ। ਤਾਂ ਤੁਸੀਂ ਆਪਸ਼ਨਸ ਨੂੰ ਐਲੀਮੀਨੇਟ ਕਰਕੇ ਵੀ ਇਹਦਾ ਜਿਹੜਾ ਆਨਸਰ ਉਹ ਚੂਜ਼ ਕਰ ਸਕਦੇ ਹੋ। ਜਿਵੇਂ ਮੰਨ ਕੇ ਚਲੋ ਤੁਸੀਂ ਆਪਾਂ ਪੜ੍ਹਦੇ ਹਾਂ ਬ੍ਰੋਕਲੀਸ, ਅਸੀਂ ਇਹਦੇ ਬਾਰੇ ਵੀ ਪੜ੍ਹਿਆ, ਡਾਇਆਫਾਰਮ, ਫੈਰੈਂਕਸ। ਤਾਂ ਇਹਦੇ ਵਿੱਚ ਜੇ ਸਾਨੂੰ ਪਤਾ ਹੋਊਗਾ ਕਿ ਜਿਹੜਾ ਫੈਰੈਂਕਸ ਆ ਉਹ ਗਲੇ ਦੇ ਵਿੱਚ ਉਹ ਪਾਰਟ ਹੈ ਸਾਡੇ ਮੂੰਹ ਦੇ ਵਿੱਚ ਜਿੱਥੇ ਗਲਾ ਤੇ ਨੱਕ ਅਸੀਂ ਪੜ੍ਹਿਆ ਸੀ ਆਪਸ ਦੇ ਵਿੱਚ ਜਾ ਕੇ ਇਕੱਠੇ ਹੋ ਜਾਂਦੇ ਆ, ਲੈਰਿੰਗਸ ਤੋਂ ਪਹਿਲਾਂ ਵਾਲਾ ਜਿਹੜਾ ਪਾਰਟ ਆ। ਤਾਂ ਡਾਇਆਫਾਰਮ ਪੇਟ ਦਾ ਪਰਦਾ ਆ, ਇਹ ਵੀ ਹੈਲਪ ਕਰਦਾ ਸਾਡੀ ਰੈਸਪੀਰੇਸ਼ਨ ਦੇ ਵਿੱਚ। ਤਾਂ ਬ੍ਰੋਕੋਲੀਸ ਜਿਹੜੀਆਂ ਸਾਡੀਆਂ ਹੁੰਦੀਆਂ ਨੇ, ਉਹ ਜਿਹੜੇ ਸਾਡੀ ਪ੍ਰਾਇਮਰੀ ਬ੍ਰੋਂਕਾਈ ਅਸੀਂ ਪੜ੍ਹਿਆ ਸੀ ਉਹਦੀਆਂ ਫਰਦਰ ਬ੍ਰਾਂਚਿਸ ਹੁੰਦੀਆਂ ਨੇ ਜਿਹੜੀਆਂ ਲੰਗਸ ਦੇ ਵਿੱਚ ਫੈਲੀਆਂ ਹੋਈਆਂ ਨੇ। ਤਾਂ ਇਹਨਾਂ ਨੇ ਪੁੱਛਿਆ ਰਿਸਪੋਂਸਿਬਲ ਫॉर ਦ ਐਕਸਚੇਂਜ ਆਫ ਗੈਸਿਸ, ਤਾਂ ਇਹਦਾ ਆਨਸਰ ਆਏਗਾ ਜੀ ਏ, ਐਲਵੀਓਲੀ। ਅਗਲਾ ਕੁਐਸਚਨ ਦੇਖ ਲੈਂਦੇ ਹਾਂ ਜੀ, ਵਟ ਇਜ਼ ਦ ਪ੍ਰਾਇਮਰੀ ਗੈਸ ਐਕਸਚੇਂਜ ਡਿਊਰਿੰਗ ਦਾ ਰੈਸਪੀਰੇਸ਼ਨ। ਤਾਂ ਜਿਹੜੀ ਪ੍ਰਾਇਮਰੀ ਗੈਸ ਆ ਉਹ ਕਿਹੜੀ ਆ ਐਕਸਚੇਂਜ ਦਾ ਡਿਊਰਿੰਗ ਰੈਸਪੀਰੇਸ਼ਨ ਜਿਹੜੀ ਅਸੀਂ ਸਾਹ ਕਿਰਿਆ ਪ੍ਰਣਾਲੀ ਦੇ ਵਿੱਚ ਐਕਸਚੇਂਜ ਕਰਦੇ ਹਾਂ ਪ੍ਰਾਇਮਰੀ ਗੈਸ। ਤਾਂ ਨਾਈਟ੍ਰੋਜਨ ਹੋ ਹੀ ਨਹੀਂ ਸਕਦੀ ਜੀ, ਹਾਈਡਰੋਜਨ ਵੀ ਨਹੀਂ ਹੋ ਸਕਦੀ, ਅਸੀਂ ਆਕਸੀਜਨ ਜਾਂ ਕਾਰਬਨ ਡਾਈਆਕਸਾਈਡ ਨੂੰ ਸਾਹ ਦੇ ਦੁਆਰਾ ਲੈਂਦੇ ਹਾਂ ਅਤੇ ਛੱਡਦੇ ਹਾਂ, ਤਾਂ ਇਹਨਾਂ ਵਿੱਚੋਂ ਇੱਕ ਹੋਊਗੀ। ਤਾਂ ਦੋ ਜਿਹੜੇ ਆਪਸ਼ਨ ਨੇ ਉਹ ਤਾਂ ਅਸੀਂ ਪਹਿਲਾਂ ਹੀ ਐਲੀਮੀਨੇਟ ਕਰਤੇ। ਤਾਂ ਸਹੀ ਆਪਸ਼ਨ ਹੈ ਜੀ ਬੀ, ਆਕਸੀਜਨ। ਅਗਲਾ ਕੁਐਸਚਨ ਦੇਖ ਲੈਂਦੇ ਹਾਂ ਜੀ, ਅਗਲਾ ਕੁਐਸਚਨ ਹੈ ਸਾਡਾ, ਵਿਚ ਮਸਲ ਕੰਟਰੈਕਟ ਐਂਡ ਰਿਲੈਕਸ ਟੂ ਕੰਟਰੋਲ ਦਾ ਵੋਲਿਊਮ ਆਫ ਦਾ ਥ੍ਰੋਸਿਸ ਕੈਵਿਟੀ ਡਿਊਰਿੰਗ ਬਰੀਥਿੰਗ। ਤਾਂ ਕਿਹੜਾ ਮਸਲ ਹੈ ਜਿਹੜਾ ਕੰਟਰੈਕਟ ਤੇ ਰਿਲੈਕਸ ਹੁੰਦਾ ਆ ਟੂ ਕੰਟਰੋਲ ਦਾ ਵੋਲਿਊਮ ਆਫ ਥ੍ਰੋਸਿਸ ਕੈਵਿਟੀ ਡਿਊਰਿੰਗ ਦਾ ਬਰੀਥਿੰਗ। ਤਾਂ ਦੇਖੋ ਜੀ ਇਹਦੇ ਵਿੱਚ ਆਪਸ਼ਨ ਦੇਖ ਸਕਦੇ ਹੋ, ਰੈਕਟਿਸ ਅਬਡੋਮਿਨ ਜਿਹੜਾ ਸਾਡਾ ਮਸਲ ਆ, ਤੁਹਾਨੂੰ ਪਤਾ ਆ ਕਿ ਜਿਹਨੂੰ ਅਸੀਂ 6 ਪੈਕ ਵੀ ਕਹਿ ਦਿੰਦੇ ਹਾਂ ਨਾ, ਤਾਂ ਉਹ ਮਸਲ ਹੁੰਦਾ ਆ। ਇੰਟਰਕੋਸਟਲ ਮਸਲ ਹੁੰਦੇ ਆ ਸਾਡੇ ਰਿਬਸ ਦੇ ਕੋਲ ਹੁੰਦੇ ਆ। ਟ੍ਰਿਪਜਿਸ ਸਾਡਾ ਬੈਕ ਦਾ ਮਸਲ ਹੁੰਦਾ ਆ, ਜਿਹਨੂੰ ਅਸੀਂ ਬੜਾ ਜਿਹੜਾ ਵੱਡਾ ਮਸਲ ਹੁੰਦਾ ਆ ਡਾਇਮੰਡ ਸ਼ੇਪ। ਤਾਂ ਬਚਿਆ ਸਾਡਾ ਜਿਹੜਾ ਆਪਸ਼ਨ ਡਾਇਆਫਾਰਮ। ਅਸੀਂ ਪਿਛਲੇ ਕੁਐਸਚਨ 'ਚ ਵੀ ਗੱਲ ਕੀਤੀ ਹੈ ਕਿ ਜਿਹੜਾ ਹੈਲਪ ਕਰਦਾ ਆ ਰੈਸਪੀਰੇਸ਼ਨ 'ਚ। ਤਾਂ ਸਹੀ ਆਪਸ਼ਨ ਹੈ ਜੀ ਏ, ਡਾਇਆਫਾਰਮ। ਅਗਲਾ ਕੁਐਸਚਨ ਦੇਖ ਲੈਂਦੇ ਹਾਂ ਜੀ, ਵਿਚ ਕੰਡੀਸ਼ਨ ਇਜ਼ ਕਰੈਕਟਰਾਈਜ਼ਡ ਬਾਈ ਦਾ ਇਨਫਲਾਮੇਸ਼ਨ ਐਂਡ ਨੈਰੋਇੰਗ ਆਫ ਦਾ ਏਅਰਵੇਜ਼। ਤਾਂ ਕਿਹੜੀ ਕੰਡੀਸ਼ਨ ਆ ਜਿਹਦੇ ਵਿੱਚ ਸਵੈਲਿੰਗ ਵੀ ਹੋ ਜਾਂਦੀ ਹੈ ਅਤੇ ਨੈਰੋ ਹੋ ਜਾਂਦੀ ਹੈ, ਤੰਗ ਹੋ ਜਾਂਦੀ ਆ ਏਅਰਵੇਜ਼ ਜਿਹੜੇ ਹਵਾ ਦੇ ਰਸਤੇ ਨੇ। ਤਾਂ ਇਹਦਾ ਸਹੀ ਆਪਸ਼ਨ ਹੈ ਜੀ ਏ, ਅਸਥਮਾ। ਅਗਲਾ ਕੁਐਸਚਨ ਦੇਖ ਲੈਂਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਫੰਕਸ਼ਨ ਆਫ ਨੈਸਲ ਕੈਵਿਟੀ। ਤਾਂ ਨੈਸਲ ਕੈਵਿਟੀ ਦਾ ਫੰਕਸ਼ਨ ਕਿਹੜਾ ਨਹੀਂ ਹੈਗਾ, ਨਾਟ ਅ ਫੰਕਸ਼ਨ। ਤਾਂ ਵਾਰਮਿੰਗ ਐਂਡ ਮੋਇਸਚਰਿੰਗ ਇਨਹੇਲ ਏਅਰ, ਇਹ ਵੀ ਇਹਦਾ ਫੰਕਸ਼ਨ ਹੈ ਜੀ। ਫਿਲਟਰ ਕਰਨਾ ਡਸਟ ਤੇ ਜਿਹੜੇ ਵੀ ਹੋਰ ਡਸਟ ਦੇ ਪਾਰਟੀਕਲਸ ਨੇ, ਇਹ ਵੀ ਇਹਦਾ ਫੰਕਸ਼ਨ ਹੈ। ਪ੍ਰੋਡਕਸ਼ਨ ਆਫ ਮਿਊਕਸ, ਇਹ ਵੀ ਇਹਦਾ ਫੰਕਸ਼ਨ ਹੈ ਜੀ। ਤਾਂ ਗੈਸ ਐਕਸਚੇਂਜ ਇਹ ਇਹਦਾ ਫੰਕਸ਼ਨ ਨਹੀਂ ਆ। ਤਾਂ ਜਿਹੜਾ ਦਾ ਸਹੀ ਆਪਸ਼ਨ ਆ ਉਹ ਕੀ ਹੋਊਗਾ, ਡੀ, ਗੈਸ ਐਕਸਚੇਂਜ। ਅਗਲਾ ਕੁਐਸਚਨ ਹੈ ਸਾਡਾ, ਦਾ ਲੈਰਿੰਗਸ ਇਜ਼ ਕਾਮਨਲੀ ਨਾਊਨ ਐਜ਼ ਦਾ। ਤਾਂ ਲੈਰਿੰਗਸ ਦਾ ਜਿਹੜਾ ਅਨਦਰ ਨੇਮ ਕੀ ਆ,
विंड पाइप नहीं, बिल्कुल नहीं। फूड पाइप ये भी नहीं, ਇਹਦਾ ਨਾਮ ਈਸੋਫੈਗਸ ਹੈ। ਐਡਮ ਐਪਲ ਬਿਲਕੁਲ ਨਹੀਂ। ਤਾਂ ਇਹਦਾ ਸਹੀ ਆਪਸ਼ਨ ਹੈ ਬੀ, ਵੌਇਸ ਬਾਕਸ। ਲੈਰਿੰਗਸ ਨੂੰ ਅਸੀਂ ਵੌਇਸ ਬਾਕਸ ਵੀ ਕਹਿ ਦਿੰਦੇ ਹਾਂ। ਅਗਲਾ ਕੁਐਸਚਨ ਦੇਖਦੇ ਹਾਂ ਜੀ, ਵਾਟ ਇਜ਼ ਦ ਐਵਰੇਜ ਰੈਸਪੀਰੇਟਰੀ ਰੇਟ ਫॉर द ਹੈਲਦੀ ਅਡਲਟ ਐਟ ਰੈਸਟ। ਤਾਂ ਇਹ ਜਿਹੜਾ ਰੈਸਪੀਰੇਸ਼ਨ ਰੇਟ ਆ ਉਹ ਕਿੰਨਾ ਹੋਊਗਾ। ਤਾਂ ਸਹੀ ਆਪਸ਼ਨ ਹੈ ਜੀ ਬੀ, 15 ਤੋਂ 20 ਬਰੀਥ ਪਰ ਮਿੰਟ। ਅਗਲਾ ਕੁਐਸਚਨ ਹੈ ਸਾਡਾ, ਵਿਚ ਲੰਗ ਹੈਜ਼ 3 ਲੋਬਸ। ਤਾਂ ਕਿਹੜੇ ਲੰਗਸ ਦੇ ਵਿੱਚ 3 ਲੋਬਸ ਹੁੰਦੀਆਂ ਨੇ। ਹਾਂਜੀ, ਤੁਸੀਂ ਵੀਡੀਓ ਪੌਜ਼ ਕਰਕੇ ਇਹਦਾ ਆਨਸਰ ਦੇ ਸਕਦੇ ਹੋ। ਸਹੀ ਆਨਸਰ ਹੈ ਜੀ ਇਹਦਾ ਬੀ, ਰਾਈਟ ਲੰਗ। ਤਾਂ ਰਾਈਟ ਲੰਗ ਦੇ ਵਿੱਚ 3 ਲੋਬਸ ਹੁੰਦੀਆਂ ਨੇ ਐਂਡ ਲੈਫਟ ਲੰਗ ਦੇ ਵਿੱਚ 2 ਲੋਬ ਹੁੰਦੀਆਂ ਨੇ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਾਡਾ, which of the following condition is characterized by a collapse of lung tissue। ਹਾਂਜੀ, ਤੁਸੀਂ ਵੀਡੀਓ ਪੌਜ਼ ਕਰਕੇ ਦਾ ਆਨਸਰ ਦੇ ਸਕਦੇ ਹੋ। ਇਹਦਾ ਸਹੀ ਆਨਸਰ ਹੈ ਜੀ ਏ, ਪੈਨਿਓਮੋਥਰੈਕਸ। ਹਾਂਜੀ, ਬਿਲਕੁਲ ਇਹਦਾ ਸਹੀ ਆਨਸਰ ਹੈ। ਜਿੱਦਾਂ ਅਸੀਂ ਦੇਖ ਸਕਦੇ ਹੋ, ਦੇਖੋ ਐਲੀਮੀਨੇਟ ਵੀ ਕਰ ਸਕਦੇ ਹੋ। ਟਿਊਬਰੋਕਲੋਸਿਸ, ਟੀਬੀ ਤਾਂ ਹੋ ਹੀ ਨਹੀਂ ਸਕਦਾ। ਲੰਗ ਕੈਂਸਰ ਉਹ ਵੀ ਨਹੀਂ। ਠੀਕ ਹੈ ਜੀ। ਤਾਂ ਪਲਮਨਰੀ ਇੰਬੋਲਿਜ਼ਮ ਇਹ ਕੋਈ ਟਰਮ ਹੀ ਨਹੀਂ। ਤਾਂ ਅਸੀਂ ਇਹਦਾ ਸਹੀ ਆਨਸਰ ਇਹ ਹੀ ਰਹੂਗਾ। ਨੈਕਸਟ ਕੁਐਸਚਨ ਦੇਖ ਲੈਂਦੇ ਜੀ, ਵਾਟ ਇਜ਼ ਦ ਪ੍ਰਾਇਮਰੀ ਮਸਲ ਯੂਜ਼ ਡਿਊਰਿੰਗ ਫੋਰਸਡ ਐਕਸਪੀਰੇਸ਼ਨ। ਤਾਂ ਪ੍ਰਾਇਮਰੀ ਮਸਲ ਪੁੱਛਿਆ ਇਹਨਾਂ ਨੇ, ਯੂਜ਼ ਡਿਊਰਿੰਗ ਫੋਰਸਡ ਐਕਸਪੀਰੇਸ਼ਨ। ਹਾਂਜੀ, ਵੀਡੀਓ ਪੌਜ਼ ਕਰਕੇ ਦਾ ਆਨਸਰ ਦੇ ਦਿਓ। ਤਾਂ ਇਹਦਾ ਸਹੀ ਆਨਸਰ ਹੈ ਸੀ, ਇੰਟਰਨਲ ਇੰਟਰਕੋਸਟਲ ਮਸਲ। ਇਹ ਜਿਹੜਾ ਮਸਲ ਹੈ ਪ੍ਰਾਇਮਰੀ ਮਸਲ ਹੈ ਡਿਊਰਿੰਗ ਦਾ ਫੋਰਸਡ ਐਕਸਪੀਰੇਸ਼ਨ। ਤਾਂ ਜਿਹੜਾ ਅਸੀਂ ਪਹਿਲਾਂ ਇੰਟਰਕੋਸਟ ਮਸਲ ਪੜ੍ਹੇ ਸੀ, ਜਿਵੇਂ ਉਹ 3 ਤਰ੍ਹਾਂ ਦੇ ਹੁੰਦੇ ਆ। ਠੀਕ ਹੈ ਜੀ, ਐਕਸਟਰਨਲ, ਇੰਟਰਨਲ ਅਤੇ ਇੰਟਰਮੋਸਟ ਲੇਅਰ ਇੰਟਰਕੋਸਟ ਮਸਲ। ਤਾਂ ਉਹਦੇ ਵਿੱਚੋਂ ਜਿਹੜਾ ਇੰਟਰਨਲ ਇੰਟਰਕੋਸਟ ਮਸਲ ਹੁੰਦਾ ਆ ਉਹ ਪ੍ਰਾਇਮਰੀ ਰੋਲ ਅਦਾ ਕਰਦਾ ਆ। ਨੈਕਸਟ ਕੁਐਸਚਨ ਦੇਖ ਲੈਂਦੇ ਹਾਂ ਜੀ, which respiratory disorder is caused by a long term exposure to tobacco smoke। ਹਾਂਜੀ, ਇਹਦਾ ਸਹੀ ਆਨਸਰ ਹੈ ਏ, COPD, chronic obstructive pulmonary disease। ਅਗਲਾ ਕੁਐਸਚਨ ਦੇਖ ਲੈਂਦੇ ਹਾਂ ਜੀ, which of the following statement about the pleura is correct। ਤਾਂ ਪਲੂਰਾ ਦੇ ਰਿਗਾਰਡਿੰਗ ਇਹਦੇ ਚੋਂ ਕਿਹੜੀ ਸਟੇਟਮੈਂਟ ਹੈ ਜਿਹੜੀ ਸਹੀ ਆ। The pleura is a muscle that help with breathing। The pleura is a fluid-filled sac that surround the heart। The pleura is a double-layered membrane that cover the lung। The pleura is the cartilaginous structure that support the trachea। ਤਾਂ ਸਹੀ ਜਿਹੜਾ ਇਹਦਾ ਆਨਸਰ ਹੈ ਉਹ ਹੈਗਾ ਸੀ। The pleura is a double-layered ਹੁੰਦੀ ਹੈ, ਮੈਂਬਰਨ ਹੁੰਦੀ ਹੈ ਇੱਕ ਤਰ੍ਹਾਂ ਦੀ, that cover the lungs, ਜਿਹੜੀ ਲੰਗਸ ਦੇ ਆਲੇ ਦੁਆਲੇ ਹੁੰਦੀ ਹੈ, ਲੰਗ ਨੂੰ ਕਵਰ ਕਰਦੀ ਆ। ਅਗਲਾ ਕੁਐਸਚਨ ਹੈ ਸਾਡਾ, what is the term for the process of inhaling and exhaling air। ਕਿਹੜੀ ਟਰਮ ਆ ਜਿਹੜੀ ਅਸੀਂ ਯੂਜ਼ ਕਰਾਂਗੇ ਇਨਹੇਲਿੰਗ ਤੇ ਐਕਸਹੇਲਿੰਗ ਦੇ ਲਈ। ਹਾਂਜੀ, ਇਹਦਾ ਬਿਲਕੁਲ ਸਹੀ ਆਨਸਰ ਹੈ ਏ, ਵੈਂਟੀਲੇਸ਼ਨ। ਵੈਂਟੀਲੇਸ਼ਨ ਟਰਮ ਆ ਜਿਹੜੀ ਇਨਹੇਲਿੰਗ ਤੇ ਐਕਸਹੇਲਿੰਗ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਅਗਲਾ ਕੁਐਸਚਨ ਹੈ ਜੀ, ਵਿਚ ਆਫ ਦ ਫੋਲੋਇੰਗ ਇਜ਼ ਅ ਪ੍ਰਾਇਮਰੀ ਕਾਜ਼ ਆਫ ਲੰਗ ਕੈਂਸਰ। ਤਾਂ ਲੰਗ ਕੈਂਸਰ ਦਾ ਪ੍ਰਾਇਮਰੀ ਕਾਜ਼ ਕਿਹੜਾ ਹੈ। ਵੈਸੇ ਇਹਨਾਂ ਦੇ ਵਿੱਚੋਂ ਸਾਰੇ ਹੋ ਸਕਦੇ ਆ, ਪਰ ਉਹਨਾਂ ਨੇ ਪੁੱਛਿਆ ਪ੍ਰਾਇਮਰੀ ਕਾਜ਼ ਲੰਗ ਕੈਂਸਰ। ਤਾਂ ਇਹਦਾ ਸਹੀ ਆਨਸਰ ਹੈ ਜਿਹੜਾ ਉਹ ਹੈਗਾ ਏ, ਸਮੋਕਿੰਗ। ਕਿਉਂਕਿ ਅਸੀਂ ਸਮੋਕ ਕਰਦੇ ਹਾਂ ਉਹ ਡਾਇਰੈਕਟ ਸਾਡੇ ਲੰਗ ਨੂੰ ਇਫੈਕਟ ਕਰਦੀ ਹੈ ਅਤੇ ਲੰਗ ਕੈਂਸਰ ਦਾ ਕਾਰਨ ਬਣਦੀ ਹੈ। ਅਗਲਾ ਕੁਐਸਚਨ ਦੇਖ ਲੈਂਦੇ ਹਾਂ ਜੀ, what is the purpose of surfactant in the lungs। wait, ਹਾਂਜੀ, what is the purpose of surfactant in the lungs। surfactant in the lungs, it help with gas exchange in the alveoli। it warm and moisten the inhaled air। it produce mucus to trap foreign particles। it prevent the collapse of alveoli। ਹਾਂਜੀ, ਇਹਦਾ ਆਨਸਰ ਦੇ ਸਕਦੇ ਹੋ ਪੌਜ਼ ਕਰਕੇ। ਬਿਲਕੁਲ ਇਹਦਾ ਸਹੀ ਆਨਸਰ ਹੈ ਡੀ, ਇਟ ਪ੍ਰੀਵੈਂਟ ਦਾ ਕੋਲੈਪਸ ਆਫ ਦਾ ਅਲਵੋਇਲੀ। ਇਹ ਜਿਹੜਾ ਸਰਫੈਕਟੈਂਟ ਆ ਜਿਹੜੀ ਟਰਮ ਹੈ ਇਹ ਪ੍ਰੀਵੈਂਟ ਕਰਦੀ ਆ ਕੋਲੈਪਸ ਆਫ ਦਾ ਅਲਵੋਇਲੀ ਨੂੰ। ਅਗਲਾ ਕੁਐਸਚਨ ਦੇਖ ਲੈਣ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਸਿੰਪਟਮ ਆਫ ਰੈਸਪੀਰੇਟਰੀ ਡਿਸਟ੍ਰੈਸ। ਨਾਟ ਅ ਸਿੰਪਟਮ, ਅਗੇਨ ਨਾਟ ਪੁੱਛਿਆ ਗਿਆ ਹੈ। ਬਿਲਕੁਲ
हाँ जी, ਇਹਦਾ ਸਹੀ ਆਂਸਰ डी इंक्रीज ਸਲਾਈਵਾ ਪ੍ਰੋਡਕਸ਼ਨ। ਇਹਦਾ सिम्पटम नहीं है जी। ठीक है जी। अगला क्वेश्चन देख लेने हैं। विच स्ट्रक्चर कनैक्ट द लैरिंग्स टू द ब्रोंकाई। ਜਿਹੜਾ ਕਿਹੜਾ ਸਟਰਕਚਰ ਹੈ ਜਿਹੜਾ ਇਹਨਾਂ ਨੂੰ ਆਪਸ 'ਚ ਕਨੈਕਟ ਕਰਦਾ ਆ? ਹਾਂਜੀ ਬਿਲਕੁਲ ਸਹੀ ਆਂਸਰ ਹੈ ਇਹ ਟਰਕੀਆ। ਟਰਕੀਆ ਜਿਹੜਾ ਉਹ ਕੀ ਕਰਦਾ ਆ, ਲੈਰਿੰਗਸ ਨੂੰ ਬ੍ਰੋਂਕਾਈ ਦੇ ਨਾਲ ਆਪਸ 'ਚ ਕਨੈਕਟ ਕਰਦਾ ਹੈ। ਵਿੱਚ ਵਾਲਾ ਪਾਰਟ ਹੁੰਦਾ ਆ ਜਿਹੜਾ ਲੈਰਿੰਗਸ ਤੋਂ ਲੈ ਕੇ ਬ੍ਰੋਂਕਾਈ ਤੱਕ, ਜਿਹਨੂੰ ਅਸੀਂ ਵਿੰਡ ਪਾਈਪ ਵੀ ਕਹਿ ਦਿੰਦੇ ਹਾਂ, ਭਾਗ ਹੁੰਦਾ ਹੈ। ਅਗਲਾ ਕੁਐਸਚਨ ਹੈ ਸਾਡਾ, ਵਿਚ ਬਲੱਡ ਵੈਸਲਸ ਕੈਰੀਡ ਆਕਸੀਜਨੇਟਡ ਬਲੱਡ ਫਰੋਮ ਦ ਲੰਗਸ ਟੂ ਦ ਹਾਰਟ। ਤਾਂ ਇਸ ਤੋਂ ਪਹਿਲਾਂ ਅਸੀਂ ਸਰਕੂਲੇਟਰੀ ਸਿਸਟਮ ਕੀਤਾ ਸੀ, ਉਹਦੇ ਵਿੱਚ ਅਸੀਂ ਇਹਨੂੰ ਡਿਟੇਲ 'ਚ ਪੜ੍ਹਿਆ ਸੀ ਕਿ ਕਿਹੜਾ ਜਿਹੜੀ ਵੈਸਲ ਆ ਉਹ ਕੈਰੀ ਕਰਦੀ ਆ ਆਕਸੀਜਨੇਟਡ ਬਲੱਡ ਫਰੋਮ ਦ ਲੰਗਸ ਟੂ ਦ ਹਾਰਟ। ਹਾਂਜੀ ਇਹਦਾ ਸਹੀ ਆਨਸਰ ਹੈ ਬੀ, ਪਲਮਨਰੀ ਵੇਨ। ਠੀਕ ਹੈ ਜੀ। ਤਾਂ ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ ਕਿ ਜਿੱਥੇ ਪਲਮਨਰੀ ਵਰਡ ਆ ਗਿਆ ਵੇਨ ਅਤੇ ਆਰਟਰੀ ਦੇ ਵਿੱਚ, ਵੈਸੇ ਦੇਖੋ ਸਾਡੀ ਆਰਟਰੀ ਦਾ ਕੰਮ ਕੀ ਹੁੰਦਾ ਆ, ਆਕਸੀਜਨੇਟਡ ਬਲੱਡ ਲੈ ਕੇ ਜਾਣਾ, ਅਤੇ ਵੇਨ ਦਾ ਕੰਮ ਕੀ ਹੁੰਦਾ, ਡੀਆਕਸੀਜਨੇਟਡ ਬਲੱਡ ਨੂੰ ਕੈਰੀ ਕਰਨਾ। ਪਰ ਜਿੱਥੇ ਵੇਨ ਅਤੇ ਆਰਟਰੀ ਦੇ ਨਾਲ ਪਲਮਨਰੀ ਵਰਡ ਜੁੜ ਜਵੇ ਉੱਥੇ ਇਹਨਾਂ ਦਾ ਕੰਮ ਬਿਲਕੁਲ ਉਲਟ ਹੋ ਜਾਂਦਾ ਹੈ। ਯਾਨੀ ਕਿ ਜੇ ਪਲਮਨਰੀ ਆਰਟਰੀ ਆ ਉਹ ਕੀ ਲੈ ਕੇ ਜਾਊਗੀ, ਅਸ਼ੁੱਧ ਖੂਨ, ਜੇ ਪਲਮਨਰੀ ਵੇਨ ਆ ਉਹ ਲੈ ਕੇ ਜਾਊਗੀ ਸ਼ੁੱਧ ਖੂਨ। ਇਸ ਕਰਕੇ ਜਿਹੜਾ ਕੈਰੀ ਕਰਦੀ ਆ ਆਕਸੀਜਨੇਟਡ ਬਲੱਡ ਫਰੋਮ ਲੰਗ ਟੂ ਦਾ ਹਾਰਟ, ਉਹ ਕੀ ਇੱਥੇ ਆਨਸਰ ਕੀ ਆਊਗਾ, ਪਲਮਨਰੀ ਵੇਨ। ਆਨਸਰ ਬੀ। ਹਾਂਜੀ ਇਹ ਤੁਹਾਡੇ ਆਨਸਰ ਨੇ, ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਬਾਅਦ ਚੋਂ ਮੈਚ ਕਰਕੇ ਵੀ ਦੁਬਾਰਾ ਪ੍ਰੈਕਟਿਸ ਕਰ ਸਕਦੇ ਹੋ। ਇਹਦੇ ਵਿੱਚ ਇੱਕ ਯਾਦ ਰੱਖਿਓ, ਕੁਐਸਚਨ ਨੰਬਰ 10 ਦਾ ਜਿਹੜਾ ਆਨਸਰ ਹੈ ਥੋੜ੍ਹਾ ਬਾਈ ਮਿਸਟੇਕ ਗਲਤ ਲਿਖਿਆ ਗਿਆ, ਇੱਥੇ ਰਾਈਟ ਲੰਗ ਆਊਗਾ। ਠੀਕ ਹੈ ਜੀ, ਇੱਥੇ ਲੈਫਟ ਲੰਗ ਪ੍ਰਿੰਟ ਹੋਇਆ। ਤਾਂ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਇਹਨੂੰ, ਤਾਂ ਕਿ ਤੁਹਾਨੂੰ ਜਿੰਨਾ ਵੀ ਆਪਾਂ ਪਹਿਲਾਂ ਰੈਸਪੀਰੇਟਰੀ ਸਿਸਟਮ ਪੜ੍ਹਿਆ ਤੁਹਾਨੂੰ ਪਤਾ ਲੱਗੇ, ਆਈਡੀਆ ਹੋਵੇ ਕਿ ਸਾਡੀ ਕਿੰਨੀ ਤਿਆਰੀ ਆ। ਤਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਸਿਸਟਮ ਲੈ ਕੇ ਤੁਹਾਡੇ ਨਾਲ ਫਿਰ ਮਿਲਾਂਗੇ। ਥੈਂਕ ਯੂ।